Hi students, welcome back to class. I hope you would have understood the previous part which I explained you, and now I am going to start the next part of this chapter, part 2. The chapter's name is Half a Rupee Worth. This is a short story of R.K. Narayan. We have already discussed. So without wasting any single time, I am going to start next explanation. He soon found that he could still survive under a new garb. ਫਿਰ ਉਹਨੂੰ ਛੇਤੀ ਇਹ ਪਤਾ ਲੱਗ ਗਿਆ. He soon found that he could still survive under a new garb. ਉਹਨੂੰ ਛੇਤੀ ਪਤਾ ਲੱਗ ਗਿਆ ਕਿ ਉਹ ਨਵੇਂ ਕੱਪੜਿਆਂ ਦੇ ਵਿੱਚ ਜਾਂ ਨਵੇਂ ਪਹਿਰਾਵੇ ਦੇ ਵਿੱਚ ਸਰਵਾਈਵ ਜਿਹੜਾ ਉਹ ਕਰ ਸਕਦਾ ਹੈ. By waiting before officials and seeing people and filling up forms, he was soon allowed to continue his business as a fair price grain depot. ਜਦੋਂ ਕੁਝ ਅਫੀਸ਼ੀਅਲਸ ਉਹਦੇ ਕੋਲ ਆਏ, ਕੁਝ ਲੋਕਾਂ ਐਂਡ ਸੀਇੰਗ ਪੀਪਲ, ਜਦੋਂ ਲੋਕਾਂ ਨੂੰ ਉਹਨੇ ਵੇਖਿਆ ਤੇ ਉਹਨੇ ਕੁਝ ਜਿਹੜਾ ਕੰਮ ਜਿਹੜਾ ਸੀਗਾ ਉਹਨੂੰ ਖੁਦ ਨੂੰ ਮਿਲ ਗਿਆ. ਲੋਕਾਂ ਦੇ ਫਾਰਮ ਭਰਨ ਦਾ ਛੇਤੀ ਉਹਨੂੰ ਪਦਵੀ ਦੇ ਦਿੱਤੀ ਗਈ. ਹੀ ਵਾਜ਼ ਅਲਾਉਡ ਟੂ ਕੰਟੀਨਿਊ ਹਿਸ ਬਿਜ਼ਨਸ ਐਜ਼ ਅ ਫੇਅਰ ਪ੍ਰਾਈਸ ਗ੍ਰੇਨ ਡਿਪੋ. ਤੇ ਇੱਕ ਡਿਪੂ ਜਿਹੜਾ ਵਾ ਉਹਨੂੰ ਖੋਲ੍ਹਣ ਦੇ ਉੱਤੇ ਜਿਹੜਾ ਸੀਗਾ ਸਸਤੇ ਰੇਟ ਦਾ ਡਿਪੂ ਜਿਹੜਾ ਸੀ ਉਹਨੂੰ ਅਲਾਉਡ ਕਰ ਦਿੱਤਾ ਗਿਆ. ਹੀ ਗਰੋਨਡ ਅਨਹੈਪੀਲੀ when he learnt that he had to surrender all the rice his peasants cultivated in his village fields. ਛੇਤੀ ਉਹ ਬੜਾ ਦਰਦ ਦੇ ਨਾਲ ਉਹ ਚਲਾਇਆ, ਬੜਾ ਉਹ ਨਾ ਖੁਸ਼ ਹੋਇਆ. ਗਰੋਨਡ ਇਸ ਜਗ੍ਹਾ ਦੇ ਉੱਤੇ ਆਪਾਂ ਵੇਖਦੇ ਹਾਂ, ਗਰੋਨਡ ਦਰਦ ਦੇ ਨਾਲ ਚਲਾਇਆ. ਅਨਹੈਪੀਲੀ ਬੜਾ ਨਾ ਖੁਸ਼ ਸੀ. when he learned that he had to surrender all the rice, ਜੀ ਉਹਨੂੰ ਸਾਰੇ ਜਿਹੜੇ ਆ ਚਾਵਲ ਉਹਨੂੰ ਦੇਣੇ ਪੈਣਗੇ. ਕਿਸ ਨੂੰ? all the rice his peasant cultivated, ਜਿਹੜੇ ਕਿ ਉਹਦੇ ਕਿਸਾਨਾਂ ਨੇ ਉਹਦੇ ਵਾਸਤੇ ਉਗਾਏ ਸੀ. in his village fields, ਆਪਣੇ ਪਿੰਡ ਦੇ ਖੇਤਾਂ ਦੇ ਵਿੱਚ. the whole thing seemed to him atrocious. ਇਹ ਸਾਰੀਆਂ ਚੀਜ਼ਾਂ ਉਹਨੂੰ ਆਪਣੇ ਆਪ ਤੇ ਜ਼ੁਲਮ ਕਰਦੀਆਂ ਦਿਖਾਈ ਦੇ ਰਹੀਆਂ ਸੀ. ਐਟਰੋਸੀਅਸ ਮਤਲਬ ਜ਼ਾਲਮ. they have to fix the price for my produce, ਕਿ ਉਹਨਾਂ ਨੂੰ ਮੇਰੀ ਪੈਦਾਵਾਰ ਦਾ ਮੁੱਲ ਨਿਰਧਾਰਿਤ ਕਰਨਾ ਹੋਏਗਾ. they have to give me permission to take what I myself produce. ਉਹਨਾਂ ਨੂੰ ਮੈਨੂੰ ਆਗਿਆ ਦੇਣੀ ਪਏਗੀ. ਪਰਮਿਸ਼ਨ, ਆਗਿਆ ਦੇਣੀ. ਉਹਨਾਂ ਨੂੰ ਮੈਨੂੰ ਆਗਿਆ ਦੇਣੀ ਪਏਗੀ ਟੂ ਟੇਕ ਵਟ ਆਈ ਮਾਈ ਸੈਲਫ ਪ੍ਰੋਡਿਊਸ, ਕਿ ਮੈਨੂੰ ਉਹ ਪ੍ਰਾਪਤ ਕਰਨ ਦੀ. ਟੂ ਟੇਕ ਲੈਣਾ, ਪ੍ਰਾਪਤ ਕਰਨਾ. ਵਟ ਆਈ ਮਾਈ ਸੈਲਫ ਪ੍ਰੋਡਿਊਸ, ਜੋ ਮੈਂ ਖੁਦ ਬੀਜਿਆ ਹੈ, ਜਿਹਦੀ ਖੁਦ ਮੈਂ ਪੈਦਾਵਾਰ ਕੀਤੀ ਹੈ. ਬਟ ਹੀ ਐਕਸੈਪਟਡ ਦਾ ਪੋਜੀਸ਼ਨ ਵਿਦਾਊਟ ਮਚ ਆਊਟਵਰਡ ਪ੍ਰੋਟੈਸਟ. ਪਰ ਬਾਹਰੀ ਕੋਈ ਜ਼ਿਆਦਾ ਵਿਰੋਧ ਵਿਖਾਵਾ ਨਾ ਹੋਣ ਕਰਕੇ ਇਹ ਜਿਹੜੀ ਸੀ ਪੋਜੀਸ਼ਨ ਉਹਨੂੰ ਮਿਲੀ ਸੀ, ਇਹ ਜਿਹੜੀ ਪਦਵੀ ਉਹਨੂੰ ਮਿਲੀ ਸੀ ਡਿਪੂ ਦੀ, ਉਹਨੂੰ ਪ੍ਰਵਾਨ ਕਰਨੀ ਪਈ. ਹੀ ਸਲੈਪਟ ਲਿਟਲ, ਬਹੁਤ ਘੱਟ ਸੁੱਤਾ. ਉਹਦੀ ਨੀਂਦ ਜਿਹੜੀ ਸੀ ਉੱਡ ਚੁੱਕੀ ਸੀ. ਐਂਡ ਲੋਸਟ ਦਾ ਟੇਸਟ ਫॉर ਫੂਡ. ਉਹ ਜਿਹੜਾ ਖਾਣਾ ਖਾ ਰਿਹਾ ਸੀ ਉਹਨੂੰ ਖਾਣਾ ਖਾਣ 'ਚ ਹੁਣ ਉਹ ਸਵਾਦ ਨਹੀਂ ਸੀ ਆ ਰਿਹਾ. ਉਹ ਜਾਇਕਾ ਜਿਹੜਾ ਸੀਗਾ ਉਹਦਾ ਗਵਾ ਚੁੱਕਾ ਸੀ. all through the dark nights, all through the dark nights he thought about this problem. ਸਾਰੀ ਰਾਤ, ਹਨੇਰੀਆਂ ਰਾਤਾਂ ਦੇ ਵਿੱਚ ਜਿਹੜਾ ਸੀਗਾ ਉਹ ਇਸ ਸਮੱਸਿਆ ਦੇ ਬਾਰੇ ਸੋਚੀ ਜਾ ਰਿਹਾ ਸੀ. ਫਾਈਨਲੀ, ਆਖਿਰਕਾਰ, he had a solution. ਉਹਨੂੰ ਸੋਲੂਸ਼ਨ ਕੀ ਮਿਲਿਆ? ਇੱਕ ਉਹਨੇ ਹੱਲ ਲੱਭਿਆ. ਇਸ ਸਮੱਸਿਆ ਦਾ ਉਹਨੇ ਹੱਲ ਲੱਭਿਆ. he cried to himself,
ਉਹ ਆਪਣੇ ਆਪ ਤੇ ਰੋਇਆ। ਹੀ cried to himself, I still have my rice in the fields, ਮੇਰੇ ਕੋਲ ਅਜੇ ਵੀ ਮੇਰੇ ਖੇਤਾਂ ਵਿੱਚ ਚਾਵਲ ਹੈਗੇ ਆ। and I still have the bags in my godown, ਅਜੇ ਵੀ ਜਿਹੜੀਆਂ ਬੋਰੀਆਂ ਵਾ ਉਹ ਮੇਰੇ ਗੋਦਾਮ ਵਿੱਚ ਹੈਗੀਆਂ। after all ਕੁੱਲ ਮਿਲਾ ਕੇ what does the government want, ਫਿਰ ਸਰਕਾਰ ਚਾਹੁੰਦੀ ਕੀ ਹੈ? to have things in nice shape on paper, ਕਿ ਸਿਰਫ ਇੱਕ ਕਾਗਜ਼ ਦੀ ਕਾਰਵਾਈ। to have things in nice shape on paper, nice shape on paper ਦਾ ਮੀਨ ਕਿ ਸਿਰਫ ਕਾਗਜ਼ੀ ਕਾਰਵਾਈ ਨਾ। that they shall have, ਕਹਿੰਦਾ ਕਿ ਉਹ ਮੈਂ ਉਹਨਾਂ ਨੂੰ ਦੇਵਾਂਗਾ, ਉਹ ਪ੍ਰਾਪਤ ਕਰਨਗੇ। he kept all the rice he wanted for sale, ਉਹਨੇ ਸਾਰੇ ਚੌਲ ਜਿਹੜੇ ਸੀਗੇ ਵੇਚਣ ਵਾਲੇ ਰੱਖ ਲਏ। and personal use, ਆਪਣੇ ਵਿਅਕਤੀਗਤ ਵਰਤਣ ਵਾਸਤੇ। but out of sight and out of paper, ਕਾਗਜ਼ਾਂ ਤੋਂ ਤੇ ਕਿਸੇ ਦੀਆਂ ਨਜ਼ਰਾਂ ਤੋਂ ਦੂਰ ਉਹਨੇ ਇਹ ਸਾਰਾ ਕੰਮ ਕੀਤਾ। ਸਾਰੇ ਬੈਗ ਚਾਵਲ ਜਿਹੜੇ ਸੀਗੇ ਉਹਨੇ ਜਿੰਨੇ ਚਾਹੁੰਦਾ ਸੀਗਾ ਉਹਨੇ ਉਹ ਰੱਖ ਲਏ, ਜਾਂ ਆਪਾਂ ਕਹਿ ਸਕਦੇ ਹਾਂ ਲੁਕੋ ਲਏ ਜਾਂ ਜਮ੍ਹਾਂ ਕਰ ਲਏ। he had to give away a lot of money to people, ਕਿਉਂਕਿ ਉਹਨੂੰ ਬਹੁਤ ਲੋਕਾਂ ਨੂੰ ਪੈਸਾ ਦੇਣਾ ਪੈਣਾ ਸੀ। people who come to examine, ਜਿਹੜੇ ਅਧਿਕਾਰੀ ਜਾਂਚ ਕਰਨ ਆਉਂਦੇ ਸੀ। ਐਗਜ਼ਾਮਿਨ ਮਤਲਬ ਜਾਂਚ ਕਰਨ ਆਣਾ, ਜਾਂਚ। his stock, ਉਹਦੇ ਕੋਲ ਕਿੰਨਾ ਮਾਲ ਪਿਆ ਹੈ। ਐਂਡ ਅਕਾਊਂਟ, ਉਹਦਾ ਜਿਹੜਾ ਲੇਖਾ ਜੋਖਾ ਚੈੱਕ ਕਰਨ ਜਿਹੜੇ ਅਧਿਕਾਰੀ ਆਉਂਦੇ ਸੀ ਉਹਨਾਂ ਉਸ ਆਪਣੇ ਕੰਮ ਨੂੰ ਕਰਨ ਵਾਸਤੇ, ਕੰਮ ਨੂੰ ਅੰਜਾਮ ਦੇਣ ਵਾਸਤੇ ਉਹਨਾਂ ਨੂੰ ਖੂਬ ਪੈਸੇ ਜਿਹੜੇ ਸੀ ਉਹ ਦੇਣੇ ਪੈਣੇ ਸੀ। if he passed a 10 rupees currency note on such an occasion, ਇਸ ਮੌਕੇ ਤੇ ਜੇਕਰ ਉਹ 10 ਰੁਪਏ ਦਾ ਨੋਟ ਜੇਕਰ ਉਹ ਕਿਸੇ ਨੂੰ ਦਿੰਦਾ, it meant he had screened from prying eyes 1000 rupees worth of grains, ਤੇ ਇਹਦਾ ਮਤਲਬ ਕਿ ਸਕਰੀਨਡ ਲੁਕਾਉਣਾ। ਇਹਦੇ ਬਦਲੇ ਦੇ ਵਿੱਚ ਉਹ ਕੀ ਕਰਦਾ ਸੀ? ਹਜ਼ਾਰਾਂ ਰੁਪਿਆਂ ਦੇ ਚਾਵਲ ਜਿਹੜੇ ਸੀ ਉਹ ਲੁਕਾ ਲੈਂਦਾ ਸੀ, ਗੁਪਤ ਕਰ ਲੈਂਦਾ ਸੀ। when he thought it over, ਜਦੋਂ ਉਹਨੇ ਇਸ ਤੇ ਵਿਚਾਰਿਆ, he realized that, ਫਿਰ ਉਹਨੇ ਮਹਿਸੂਸ ਕੀਤਾ। realized mean ਮਹਿਸੂਸ ਕੀਤਾ। all controls were really a boon, ਸਾਰਾ ਜਿਹੜਾ ਨਿਯੰਤਰਣ ਸੀ ਉਹ ਵਾਸਤਵ ਦੇ ਵਿੱਚ ਇੱਕ ਫਾਰਮੈਲਿਟੀ ਸੀ, ਜਿਹਨੂੰ ਆਪਾਂ ਕਹਿ ਸਕਦੇ ਹਾਂ really a boon। he distributed a few annas for charity twice a week, ਹਫਤੇ 'ਚ ਕਈ ਵਾਰੀ ਉਹ ਜਿਹੜਾ ਸੀਗਾ ਕੁਝ ਆਨੇ ਜਿਹੜੇ ਉਹ ਦਾਨ ਦਿਆ ਕਰਦਾ ਸੀ। and broke a coconut at the temple on Friday in appreciation of God's interest in his affair, ਕਿ ਪਰਮਾਤਮਾ ਉਹਦੇ ਮਾਮਲਿਆਂ ਦੇ ਵਿੱਚ ਇੰਟਰਸਟ ਦੇਵੇ, ਉਹਦੇ ਆਪਣੇ ਪਰਮਾਤਮਾ ਕੋ ਆਪਣੀ ਸੁੱਖ ਬਰਕਤ ਮੰਗਣ ਵਾਸਤੇ ਉਹ ਕੀ ਕਰਦਾ ਸੀਗਾ? ਨਾਰੀਅਲ ਜਿਹੜਾ ਸੀਗਾ ਉਹ ਵੀ ਤੋੜਿਆ ਕਰਦਾ ਸੀ ਟੈਂਪਲ ਵਿੱਚ ਜਾ ਕੇ, ਮੰਦਰ ਵਿੱਚ ਜਾ ਕੇ। ਗ੍ਰੈਜੂਅਲੀ ਵਿਦ ਐਕਸਪੀਰੀਅੰਸ, ਹੌਲੀ ਹੌਲੀ ਤਜਰਬੇ ਦੇ ਨਾਲ, ਹੀ ਬਿਕੇਮ ਅ ਮਾਸਟਰ ਆਫ ਹਿਸ ਸੋਲੂਸ਼ਨ, ਤੇ ਉਹ ਫਿਰ ਇੱਕ ਤਜਰਬੇਕਾਰ ਬਣ ਗਿਆ। ਮਾਸਟਰ ਆਫ ਹਿਸ ਸੋਲੂਸ਼ਨ, ਆਪਣੀਆਂ ਮਾਸਟਰ ਆਫ ਹਿਸ ਸਿਚੁਏਸ਼ਨਸ, ਆਪਣੀ ਸਿਚੁਏਸ਼ਨਸ ਦਾ ਇੱਕ ਤਜਰਬੇਕਾਰ ਬਣ ਗਿਆ। ਐਟ ਹਿਸ ਡਿਪੋਟ, ਆਪਣੇ ਡਿਪੂ ਦੇ ਵਿੱਚ। he measured out rice with a deft hand, ਦੋਵਾਂ ਹੱਥਾਂ ਦੇ ਨਾਲ ਜਿਹੜਾ ਸੀਗਾ ਉਹ ਚੌਲਾਂ ਦੀ ਜਿਹੜੀ ਸੀਗੀ ਉਹ ਮੇਜਰ ਕਰਦਾ ਸੀਗਾ, ਜਿਹੜਾ ਘੱਟ ਤੋਲਦਾ ਸੀ ਉਹਨੂੰ, ਤੋਲ ਜਿਹੜਾ ਸੀ ਉਹ ਘਟਾ ਦਿੰਦਾ ਸੀ, ਘੱਟ ਤੋਲਣਾ। ਡੈਫਟ ਮਤਲਬ ਘੱਟ ਤੋਲਣਾ, ਘਟਾਉਣਾ। so that at the end of a day a considerable quantity accumulated, ਤਾਂ ਕਿ ਅੰਤ ਵਿੱਚ ਉਸ ਨੂੰ ਥੋੜਾ ਥੋੜਾ ਕਰਕੇ ਬਹੁਤ ਜ਼ਿਆਦਾ ਜਿਹੜਾ ਅਕਮੂਲੇਟ ਯਾਨੀ ਕਿ ਕਾਫੀ ਮਾਤਰਾ ਦੇ ਵਿੱਚ ਉਹ ਜਮ੍ਹਾਂ ਕਰ ਲੈਂਦਾ ਸੀ।
ਵਿਚ ਵਾਜ਼ ਨੋਬੋਡੀਜ਼, ਜਿਹੜਾ ਕਿ ਕਿਸੇ ਦਾ ਨਹੀਂ ਹੁੰਦਾ। ਐਂਡ ਦੈਨ ਹੀ ਡਿਲੇਡ ਐਂਡ ਓਪਨਡ ਐਂਡ ਕਲੋਜ਼ਡ ਐਂਡ ਰੀਓਪਨਡ ਹਿਜ਼ ਸ਼ੌਪ। ਫਿਰ ਉਹ ਜਾਣ ਬੁੱਝ ਕੇ ਕੀ ਕਰਨ ਲੱਗ ਗਿਆ, ਦੇਰੀ ਕਰਨ ਲੱਗ ਪਿਆ। ਕਦੀ ਦੁਕਾਨ ਖੋਲ੍ਹਦਾ, ਕਦੀ ਬੰਦ ਕਰਦਾ, ਫਿਰ ਖੋਲ੍ਹਦਾ, ਫਿਰ ਬੰਦ ਕਰਦਾ, ਫਿਰ ਦੁਬਾਰਾ ਤੋਂ ਖੋਲ੍ਹ ਕੇ ਬੰਦ ਕਰਦਾ। ਕਿਉਂ ਕਰਦਾ ਇਸ ਤਰ੍ਹਾਂ? ਇਨ ਸੱਚ ਅ ਮੈਨਰ, ਕੀ ਕਰਨ ਵਾਸਤੇ? ਐਜ਼ ਟੂ ਮੇਕ ਪੀਪਲ ਕਮ ਟੂ ਹਿਮ ਸੈਵਰਲ ਟਾਈਮਸ, ਤਾਂ ਕਿ ਲੋਕ ਉਹਦੇ ਕੋਲ ਬਾਰ-ਬਾਰ ਆਉਣ, ਬਾਰ-ਬਾਰ ਲੋਕਾਂ ਨੂੰ ਉਹਦਾ ਚੱਕਰ ਲਗਾਉਣਾ ਪਵੇ। ਇਸ ਕਰਕੇ ਉਹਨੇ ਜਿਹੜਾ ਸੀ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬਿਫੋਰ ਦੇ ਕੁਡ ਗੈਟ ਐਨੀ ਰਾਈਸ ਆਊਟ ਆਫ ਹਿਮ, ਔਰ ਆਪਣੇ ਲਈ ਉਹ ਕੁਝ ਚਾਵਲ ਉਹਦੇ ਕੋਲੋਂ ਪ੍ਰਾਪਤ ਕਰਨ ਤੋਂ ਪਹਿਲਾਂ ਇਹ ਸਾਰਾ ਕੁਝ ਜਿਹੜਾ ਸੀਗਾ ਉਹਨੇ ਇਹ ਕੰਮ ਜਿਹੜਾ ਕਰਨਾ ਸ਼ੁਰੂ ਕਰ ਦਿੱਤਾ। ਵੈਨ ਦੇ ਹੈਡ ਮਨੀ, ਜਦੋਂ ਉਹਦੇ ਕੋਲ ਪੈਸਾ ਸੀ। ਹੀ ਹੈਡ ਨੋ ਸਟਾਕ, ਉਹਦੇ ਕੋਲ ਕੋਈ ਜਮਾਖੋਰੀ ਨਹੀਂ ਉਹਨੇ ਕੀਤੀ, ਕੋਈ ਮਾਲ ਉਹਨੇ ਜਮ੍ਹਾਂ ਨਹੀਂ ਕੀਤਾ। ਔਰ ਵੈਨ ਹੀ ਹੈਡ ਰਾਈਸ, ਜਦੋਂ ਉਹਦੇ ਕੋਲ ਚਾਵਲ ਸੀ। ਦੇ ਹੈਡ ਨੋ ਮਨੀ, ਜਦੋਂ ਉਹਨਾਂ ਕੋਲ ਚਾਵਲ ਹੁੰਦੇ ਫਿਰ ਉਹਨਾਂ ਕੋਲ ਪੈਸਾ ਨਹੀਂ ਹੁੰਦਾ। ਬਾਈ ਆਲ ਦਿਸ, ਆ ਸਭ ਕੁਛ ਕਰਨ ਦੇ ਨਾਲ ਹੀ ਅਕਮੂਲੇਟਡ ਆ ਵਾਸਟ ਕੁਆਂਟੀਟੀ ਆਫ ਰਾਈਸ ਐਵਰੀ ਵੀਕ, ਬਹੁਤ ਵੱਡੀ ਮਾਤਰਾ ਦੇ ਵਿੱਚ, ਵਾਸਟ ਕੁਆਂਟੀਟੀ, ਬਹੁਤ ਵੱਡੀ ਮਾਤਰਾ ਦੇ ਵਿੱਚ ਚਾਵਲ ਜਿਹੜਾ ਸੀ ਹਰ ਹਫ਼ਤੇ ਉਹ ਜਮ੍ਹਾਂ ਕਰ ਲੈਂਦਾ ਸੀ। ਐਂਡ ਦੈਨ ਆਊਟ ਆਫ ਹਿਜ਼ ਵਿਲੇਜ ਹਾਰਵੈਸਟ ਓਨਲੀ ਅ ਸਮੋਲ ਪੋਰਸ਼ਨ ਰੀਚ ਦਾ ਫੂਡ ਡਿਪਾਰਟਮੈਂਟ। ਅਤੇ ਉਹਦੀ ਜਿਹੜੀ ਕਟਾਈ ਹੁੰਦੀ ਸੀ ਪਿੰਡ ਦੇ ਵਿੱਚ, ਵਿਲੇਜ ਹਾਰਵੈਸਟ, ਪਿੰਡ ਦੇ ਵਿੱਚ ਜਿਹੜੀ ਕਟਾਈ ਹੁੰਦੀ ਸੀ, ਉਹ ਕਟਾਈ ਦਾ ਬਹੁਤ ਛੋਟਾ ਜਿਹਾ ਹਿੱਸਾ ਜਿਹੜਾ ਸੀਗਾ ਉਹ ਖਾਦ ਵਿਭਾਗ ਕੋਲ ਜਾਂਦਾ ਸੀਗਾ। ਵੈਰੀ ਸੂਨ ਹੀ ਕਨਵਰਟਡ ਵਨ ਆਫ ਹਿਜ਼ ਹਾਊਸ ਇਨ ਅ ਬੈਕ ਸਟਰੀਟ, ਜਲਦ ਹੀ ਉਹਨੇ ਆਪਣਾ ਇੱਕ ਘਰ ਜਿਹੜਾ ਵਾ ਉਹਨੇ ਗਲੀ ਦੇ ਪਿਛਲੇ ਪਾਸੇ ਬਣਾ ਲਿਆ, ਨਵਾਂ ਘਰ ਬਣਾ ਲਿਆ। ਉਹਨੂੰ ਤਬਦੀਲ ਕਰ ਦਿੱਤਾ, ਕਾਹਦੇ ਵਿੱਚ? ਇਨਟੂ ਆ ਗੋਡਾਊਨ, ਇੱਕ ਵੱਡੇ ਗੋਦਾਮ ਦੇ ਵਿੱਚ ਉਹਨੂੰ ਤਬਦੀਲ ਕਰ ਦਿੱਤਾ। ਐਂਡ ਦੇਅਰ ਪਾਈਲਡ ਅਪ, ਫਿਰ ਉੱਥੇ ਉਹਨੇ ਢੇਰ ਲਗਾ ਦਿੱਤੇ। ਪਾਈਲਡ, ਇੱਕ ਦੇ ਉੱਤੇ ਇੱਕ ਬੋਰੀਆਂ ਚੜਾ ਕੇ ਉਹਨੇ ਜਿਹੜੇ ਸੀਗੇ ਚਾਵਲ ਉੱਥੇ ਜਿਹੜੇ ਸੀਗੇ ਉਹਨੇ ਜਮ੍ਹਾਂ ਕਰ ਲਏ। ਫਰੋਮ ਫਲੋਰ ਟੂ ਸੀਲਿੰਗ, ਫਰਸ਼ ਤੋਂ ਲੈ ਕੇ ਛੱਤ ਤੱਕ ਜਿਹੜੀ ਉਹ ਪੂਰੀ ਦੀ ਪੂਰੀ ਐ ਉਹਨੇ ਮਤਲਬ ਉੱਪਰ ਜਿਹੜੀਆਂ ਸੀ ਉਹ ਢੇਰੀਆਂ ਲਗਾ ਦਿੱਤੀਆਂ। ਇਟ ਵਾਜ਼ ਸਪੋਜ਼ ਟੂ ਬੀ ਅ ਸਟੋਰ ਆਫ ਵੇਸਟ ਪੇਪਰ ਐਂਡ ਰੈਗਸ। ਇਹ ਇਸ ਤਰ੍ਹਾਂ ਲੱਗਦਾ ਸੀ ਕਿ ਇਹ ਸਟੋਰ ਜਿਹੜਾ ਵਾ ਕਿਸੇ ਰੱਦੀ ਦਾ, ਵੇਸਟ ਪੇਪਰ, ਰੱਦੀ ਜਾਂ ਕੱਪੜਿਆਂ ਦੀਆਂ ਲੀਰਾਂ ਟਾਕੀਆਂ ਜਿਹੜੀਆਂ ਹੁੰਦੀਆਂ, ਇਸ ਤਰ੍ਹਾਂ ਦਾ ਉਹ ਲੱਗਦਾ ਸੀਗਾ। ਵਿਚ ਹੀ ਕਲੈਕਟਡ ਫਰੋਮ ਦਾ ਪੇਪਰ ਮਿਲਸ, ਤੇ ਇਹ ਗੋਦਾਨ ਜਿਹੜਾ ਵਾ ਉਹਨੇ ਕਿਸੇ ਕਾਗਜ਼ ਦਾ ਉਦਯੋਗ ਜਿਹੜਾ ਚੱਲਣ ਵਾਲਾ ਸੀ ਉਹਦੇ ਕੋਲੋਂ ਜਿਹੜਾ ਸੀਗਾ ਕਲੈਕਟ ਕੀਤਾ ਸੀ, ਲਿਆ ਸੀ। ਜਿਵੇਂ ਆਪਾਂ ਅੱਗੇ ਵੱਧਦੇ ਹਾਂ ਸਟੋਰੀ ਦੇ ਵਿੱਚ, as we proceed next, we will see the twist in the story. He never sold his rice except in a small quantity. ਉਹਨੇ ਕਦੀ ਵੀ ਆਪਣੇ ਚਾਵਲ ਛੋਟੇ ਪੈਸਿਆਂ ਦੇ ਵਿੱਚ ਜਾਂ ਥੋੜ੍ਹੇ ਪੈਸਿਆਂ ਦੇ ਵਿੱਚ ਨਹੀਂ ਵੇਚੇ। ਐਂਡ ਟੂ ਨਾਊਨ ਕਸਟਮਰ, ਤੇ ਜਾਣ ਪਛਾਣ ਵਾਲੇ ਜਿਹੜੇ ਉਹਦੇ ਗ੍ਰਾਹਕਾਂ ਨੂੰ ਉਹਨੇ ਨਹੀਂ ਵੇਚੇ। ਜਾਣ ਪਛਾਣ ਵਾਲੇ ਗ੍ਰਾਹਕਾਂ ਤੋਂ ਇਲਾਵਾ ਉਹਨੇ ਕਦੀ ਕਿਸੇ ਨੂੰ ਮਤਲਬ ਜਿਹੜੇ ਸੀਗੇ ਚਾਵਲ ਨਹੀਂ ਵੇਚੇ ਤੇ ਸਮੋਲ ਕੁਆਂਟੀਟੀ ਦੇ ਵਿੱਚ ਨਹੀਂ ਵੇਚੇ। ਹੀ ਟੁੱਕ ਦੇਅਰ ਕੈਸ਼ ਇਨ ਐਡਵਾਂਸ, ਉਹ ਪੈਸੇ ਜਿਹੜੇ ਸੀਗੇ ਉਹ ਪਹਿਲੋਂ ਅਦਾਇਗੀ ਤੋਂ ਪਹਿਲੋਂ ਲੈਂਦਾ ਸੀ, ਐਡਵਾਂਸ ਵਿੱਚ ਲੈਂਦਾ ਸੀ। ਐਂਡ ਟੋਲਡ ਦੈਮ ਟੂ ਕਾਲ ਲੇਟਰ, ਤੇ ਬਾਅਦ ਵਿੱਚ ਉਹਨਾਂ ਨੂੰ ਕਹਿੰਦਾ ਸੀ ਕਿ ਮੈਂ ਤੁਹਾਨੂੰ ਬੁਲਾਵਾਂਗਾ। ਪੈਸੇ ਲੈ ਲੈਂਦਾ ਸੀ ਤੇ ਉਹਨਾਂ ਨੂੰ ਕਹਿੰਦਾ ਸੀ ਜਦੋਂ ਚਾਵਲ ਦੇਣੇ ਹੋਣਗੇ ਫਿਰ ਮੈਂ ਤੁਹਾਨੂੰ ਦੁਬਾਰਾ ਤੋਂ ਬੁਲਾਵਾਂਗਾ। ਹੀ ਆਲਵੇਜ਼ ਥਰੂ ਇਨ ਅ ਡਾਊਟ, ਉਹ ਹਮੇਸ਼ਾ ਕਿਸੇ ਨਾ ਕਿਸੇ ਸ਼ੱਕ ਦੇ ਵਿੱਚ ਜਿਹੜਾ ਸੀਗਾ ਉਹ
ਆਦਮੀ ਨੂੰ ਜਿਹੜਾ ਸੀ ਉਹ ਛੱਡ ਦਿੰਦਾ ਸੀਗਾ। देयर वाज अ पर्सन हु हैड अ लिटिल राइस, ਇੱਕ ਬੰਦਾ ਸੀ ਜਿਹਦੇ ਕੋਲ ਬਹੁਤ ਥੋੜੇ ਚਾਵਲ ਸੀ। आई डोंट नो इफ ही स्टिल हैज़ इट, मैं नहीं जानता जे ਉਹਦੇ ਕੋਲ ਅਜੇ ਵੀ ਹੋਣ। ਐਨੀਵੇ ਫਿਰ ਵੀ ਲੀਵ ਦਾ ਕੈਸ਼ ਵਿਦ ਮੀ, ਉਹ ਕਹਿੰਦਾ ਵਾ ਕਿ ਮੈਨੂੰ ਜਿਹੜਾ ਵਾ ਉਹ ਪੈਸੇ ਮੈਨੂੰ ਦੇ ਦੇ। ਸਮਟਾਈਮਸ, ਇਸ ਤਰ੍ਹਾਂ ਕਹਿੰਦਾ ਸੀ, ਕਈ ਵਾਰੀ ਕੀ ਕਰਦਾ ਸੀ ਉਹ, ਸਮਟਾਈਮਸ ਕਈ ਵਾਰੀ। ਹੀ ਰਿਟਰਨ ਦਾ ਮਨੀ ਵਿਦ ਸੌਰੀ, ਕਈ ਵਾਰੀ ਉਹ ਬਾਅਦ ਦੇ ਵਿੱਚ ਲੋਕਾਂ ਨੂੰ ਪੈਸੇ ਦੇ ਦਿਆ ਕਰਦਾ ਸੀ ਮਾफ़ ਕਰਨਾ ਕਹਿ ਕੇ। ਨਾਟ ਅਵੇਲੇਬਲ, ਚਾਵਲ ਉਪਲਬਧ ਨਹੀਂ ਹਨ ਇਹ ਕਹਿ ਕੇ। ਦ ਮੈਨ ਸੈਡ ਹੀ ਹੈਡ ਇਟ, ਉਹ ਆਦਮੀ ਕਹਿੰਦਾ ਹੈ ਕਿ ਉਹਦੇ ਕੋਲ ਹੈਗੇ ਸੀ। ਬਟ ਯੂ ਨੋ ਵੀ ਕੈਨ ਨੈਵਰ ਕਾਊਂਟ ਔਨ ਦੀਜ਼ ਥਿੰਗਸ ਨਾਓ ਆ ਡੇਜ਼। ਅਤੇ ਉਹਨੂੰ ਕੀ ਕਿਹਾ ਕਰਦਾ ਸੀ ਕਿ ਤੂੰ ਜਾਣਦਾ ਵਾ ਕਿ ਇਹਨਾਂ ਦਿਨਾਂ ਦੇ ਵਿੱਚ ਅੱਜ ਕੱਲ੍ਹ ਇਹੋ ਜਿਹੀਆਂ ਚੀਜ਼ਾਂ ਦੀ ਕੋਈ ਅਹਿਮੀਅਤ ਨਹੀਂ ਆ, ਆਪਾਂ ਇਹਨਾਂ ਨੂੰ ਕਾਊਂਟ ਨਹੀਂ ਕਰਦੇ, ਅਹਿਮੀਅਤ ਨਹੀਂ ਦਿੰਦੇ। ਵਨ ਈਵਨਿੰਗ, ਇੱਕ ਸ਼ਾਮ, as he had just closed his shop and started out with the key in his pocket, ਜਿਵੇਂ ਹੀ ਉਹ ਆਪਣੀ ਸ਼ਾਪ ਬੰਦ ਕੀਤੀ ਉਹਨੇ ਤੇ ਆਪਣੀ ਜੇਬ 'ਚ ਚਾਬੀ ਰੱਖ ਕੇ ਜਾਣ ਹੀ ਵਾਲਾ ਸੀ। a person halted before him, ਇੱਕ ਆਦਮੀ ਉਹਦੇ ਕੋਲ ਆ ਕੇ ਰੋਣ ਲੱਗ ਪਿਆ। and said, ਕਹਿਣ ਲੱਗਾ, oh you have closed, ਤੂੰ ਬੰਦ ਕਰਤਾ। just my luck, किस तरह की मेरी किस्मत है, just my luck, I have other business now, no time to stop and talk, said Subaya। ਸੁਬਿਆ ਉਹਨੂੰ ਕਹਿੰਦਾ ਕਿ ਮੇਰੇ ਕੋਲ ਹੋਰ ਵੀ ਬੜੇ ਕੰਮ ਆ, ਮੇਰੇ ਕੋਲ ਟਾਈਮ ਨਹੀਂ ਹੈਗਾ ਕਿ ਮੈਂ ਰੁਕ ਕੇ ਤੇਰੇ ਨਾਲ ਗੱਲ ਕਰ ਸਕਾਂ। he went past him, ਉਹ ਉਹਦੇ ਪਿੱਛੇ ਚੱਲ ਪਿਆ। the other man followed him, ਦੂਸਰਾ ਬੰਦਾ ਜਿਹੜਾ ਸੀ ਉਹਨੇ ਉਹਦਾ ਪਿੱਛਾ ਕੀਤਾ, ਉਹ ਆਪਣੇ ਰਾਹ ਚੱਲ ਪਿਆ, ਦੂਜੇ ਬੰਦੇ ਨੇ ਉਹਦਾ ਪਿੱਛਾ ਕੀਤਾ। he held him by the arm and cried, ਉਹਨੇ ਉਹਨੂੰ ਬਾਂਹ ਤੋਂ ਫੜ ਕੇ ਰੋਣਾ ਸ਼ੁਰੂ ਕਰ ਦਿੱਤਾ। you must open your shop and give me rice, ਤੈਨੂੰ ਚਾਹੀਦਾ ਹੈ ਕਿ ਤੂੰ ਆਪਣੀ ਦੁਕਾਨ ਖੋਲੇ ਤੇ ਮੈਨੂੰ ਜਿਹੜੇ ਆ ਚਾਵਲ ਦਵੇਂ। I can't let you go, ਮੈਂ ਤੈਨੂੰ ਜਾਣ ਨਹੀਂ ਦੇ ਸਕਦਾ। my 2 children are crying for food, ਉਹ ਆਪਣੀ ਬੇਵਸੀ ਨੂੰ ਦੱਸ ਰਿਹਾ ਵਾ ਕਿ ਮੇਰੇ 2 ਬੱਚੇ ਆ, ਉਹ ਭੁੱਖ ਦੇ ਨਾਲ ਰੋ ਰਹੇ ਆ। they and my old mother have been starving, ਉਹ ਦੋਵੇਂ ਤੇ ਮੇਰੀ ਬਜ਼ੁਰਗ ਮਾਤਾ, ਅਸੀਂ ਸਾਰੇ ਜਿਹੜੇ ਆ ਭੁੱਖ ਦਾ ਸਾਹਮਣਾ ਕਰ ਰਹੇ ਹਾਂ, ਭੁੱਖਮਰੀ ਦਾ ਸਾਹਮਣਾ ਕਰ ਰਹੇ ਹਾਂ। my ration card was exhausted 3 days ago, ਮੇਰਾ ਰਾਸ਼ਨ ਦਾ ਜਿਹੜਾ ਕਾਰਡ ਸੀਗਾ ਉਹ 3 ਦਿਨ ਪਹਿਲੋਂ ਜਿਹੜਾ ਵਾ ਉਹ ਖਤਮ ਹੋ ਚੁੱਕਾ ਹੈ। I can't see them in that condition anymore, ਮੈਂ ਹੋਰ ਉਹਨਾਂ ਨੂੰ ਇਸ ਹਾਲਤ ਦੇ ਵਿੱਚ ਨਹੀਂ ਵੇਖ ਸਕਦਾ। ਪਲੀਜ਼ somehow give me some rice, ਕਿਸੇ ਤਰ੍ਹਾਂ ਕਰਕੇ ਮੈਨੂੰ ਥੋੜੇ ਚਾਵਲ ਦੇ ਦਿਓ। I have gone round and round the whole town today, ਮੈਂ ਸਾਰੇ ਪਿੰਡਾਂ ਦੇ ਵਿੱਚ ਘੁੰਮਿਆ ਹਾਂ, ਇੱਧਰ ਉੱਧਰ ਘੁੰਮਿਆ ਹਾਂ, but I couldn't get a grain anywhere, ਇੱਕ ਦਾਣਾ ਵੀ ਮੈਨੂੰ ਕਿਤੇ ਨਹੀਂ ਮਿਲਿਆ। At home they will be thinking, ਘਰ ਵਿੱਚ ਸੋਚ ਰਹੇ ਹੋਣਗੇ, I am returning with something, ਇਸ ਆਸ ਦੇ ਵਿੱਚ ਕਿ ਮੈਂ ਕੁਝ ਨਾ ਕੁਝ ਵਾਪਸ ਉਹਨਾਂ ਲਈ ਕੁਝ ਨਾ ਕੁਝ ਲੈ ਕੇ ਜਾਵਾਂਗਾ। God knows, ਹਾਂ ਉਹ ਕਰ ਰਹੇ ਹੋਗੇ, ਪਰ ਪ੍ਰਮਾਤਮਾ ਜਾਣਦਾ ਹੈ। what they will do when they see me go back empty handed, ਇਹ ਪ੍ਰਮਾਤਮਾ ਹੀ ਜਾਣਦਾ ਵਾ ਕਿ ਜਦੋਂ ਮੈਂ ਉਹਨਾਂ ਦੇ ਕੋਲ ਗਿਆ ਤੇ ਉਹ ਮੈਨੂੰ ਖਾਲੀ ਹੱਥ ਪਰਤਦਿਆਂ ਵੇਖ ਕੇ ਕੀ ਕਰਨਗੇ। how much do you want, ਇੱਕ ਸਵਾਲ ਇੱਥੇ ਕੁਐਸਚਨ ਰੇਜ਼ ਹੁੰਦਾ ਵਾ। ਸੁਬਿਆ ਉਹਨੂੰ ਪੁੱਛਦਾ ਵਾ ਕਿੰਨੇ ਚਾਹੀਦੇ ਆ। give me a share, 1 ਕਿਲੋ। there are 6 mouths to feed at home, 6 ਜਣਿਆਂ ਦਾ ਮੂੰਹ ਜਿਹੜਾ ਵਾ, ਢਿੱਡ ਜਿਹੜਾ ਵਾ ਉਹ ਮੈਂ ਘਰ ਵਿੱਚ ਭਰਨਾ ਵਾ। how much have you, ਤੇਰੇ ਕੋਲ ਕਿੰਨੇ ਪੈਸੇ ਆ। the man held up half rupee coin, ਬੰਦੇ ਕੋਲ ਇੱਕ ਧੇਲਾ ਸੀਗਾ, ਉਹ ਧੇਲੇ ਨੂੰ ਉਹਨੇ ਜਿਹੜਾ ਵਾ ਉੱਪਰ ਚੁੱਕਿਆ। ਸੁਬਿਆ looked at the coin with contempt, ਉਹ ਬੜੇ ਸ਼ੱਕੀ ਜਿਹੇ ਤਰੀਕੇ ਦੇ ਨਾਲ ਉਹਦੇ ਵੱਲ ਵੇਖਿਆ, ਧੇਲੀ ਦੇ ਵੱਲ। you expect to get 1 seer of rice for this,
ਕਿ ਤੂੰ ਇਹਦੇ ਵਾਸਤੇ 1 ਕਿਲੋ ਚਾਵਲ ਜਿਹੜੇ ਆ ਉਹਦੀ ਤੂੰ ਉਮੀਦ ਕਰ ਰਿਹਾ, ਬਟ ਇਟਸ 3 seeds for a rupee, isn't it? ਕਹਿੰਦਾ ਕਿ 3 seeds ਜਿਹੜੇ ਹੁੰਦੇ ਆ 1 ਰੁਪਈਏ ਦੇ ਆ। ਡੋਂਟ ਟਾਕ ਆਫ ਆਲ ਦੈਟ ਨਾਓ, ਇਹ ਸਾਰਾ ਕੁਝ ਹੁਣ ਤੂੰ ਨਾ ਗੱਲਾਂ ਕਰ। ਯੂ ਵਿਲ ਸਟਾਰਵ ਇਫ ਯੂ ਟਾਕ ਆਫ ਕੰਟਰੋਲਡ ਪ੍ਰਾਈਸ, ਜੇ ਮਿੱਥੇ ਪੈਸੇ ਦੇ ਵਿੱਚ ਚਾਵਲ ਲੈਣੇ ਆ, ਕੰਟਰੋਲਡ ਪ੍ਰਾਈਸ। ਜੇ ਤੂੰ ਨਿਸ਼ਚਿਤ ਮਿੱਥੇ ਹੋਏ ਪੈਸਿਆਂ ਦੇ ਵਿੱਚ ਜਿਹੜੇ ਆ ਸਰਕਾਰੀ ਰੇਟ ਦੇ ਉੱਪਰ ਜੇ ਚਾਵਲ ਲੈਣੇ ਆ, ਯੂ ਵਿਲ ਸਟਾਰਵ, ਫਿਰ ਤੈਨੂੰ ਭੁੱਖ ਦਾ ਸਾਹਮਣਾ ਕਰਨਾ ਪਏਗਾ। ਐਂਡ ਸੱਚ ਨੌਨਸੈਂਸ, ਇਹੋ ਜਿਹੀ ਮੂਰਖਤਾਈ ਦੇ ਵਾਸਤੇ। ਹੀ ਫੈਲਟ ਐਨਰੇਂਜਡ, ਉਹ ਬਹੁਤ ਉਦਾਸ ਮਹਿਸੂਸ ਕੀਤਾ ਉਹਨੇ। ਅੱਧ ਮੋਇਆ ਉਹਨੇ ਆਪਣੇ ਆਪ 'ਚ ਮਹਿਸੂਸ ਕਰ ਰਿਹਾ ਸੀਗਾ ਉਹ। ਇਫ ਯੂ ਹੈਵ ਅਨਦਰ 8 ਆਨਾਸ, ਜੇ ਤੇਰੇ ਕੋਲ ਹੋਰ 8 ਆਨੇ ਹੈਗੇ ਆ, ਪਰਹੈਪਸ ਯੂ ਮੇ ਗੈਟ ਅ ਸੀਡ, ਸੈਟ ਸੁਬਿਆ। ਸੁਬਿਆ ਉਹਨੂੰ ਕਹਿਣ ਲੱਗਾ ਜੇ ਹੋਰ ਤੇਰੇ ਕੋਲ 8 ਆਨੇ ਜੇਕਰ ਹੈਗੇ ਆ ਤੇ ਫਿਰ 1 ਕਿਲੋ ਚਾਵਲ ਜਿਹੜੇ ਆ ਉਹ ਤੈਨੂੰ ਮਿਲ ਸਕਦੇ ਆ। ਦ ਅਦਰ ਸ਼ੁਕ ਹਿਸ ਹੈਡ, ਉਹਨੇ ਆਪਣਾ ਸਿਰ ਹਿਲਾਇਆ ਕਿ ਨਹੀਂ। ਦਿਸ ਇਜ਼ ਦ ਐਂਡ ਆਫ ਮੰਥ, ਯੂ ਸੀ ਦਿਸ ਇਜ਼ ਆਲ ਆਈ ਹੈਵ। ਇਹ ਮਹੀਨੇ ਦਾ ਅੰਤ ਹੈ, ਅੰਤ ਚੱਲ ਰਿਹਾ ਹੈ, ਮਹੀਨਾ ਪੂਰਾ ਖਤਮ ਹੋ ਗਿਆ ਹੈ ਤੇ ਇਹੀ ਹੈ ਜੋ ਮੇਰੇ ਕੋਲ ਮੌਜੂਦ ਹੈ ਇਸ ਵਕਤ। ਯੂ ਵਿਲ ਗੈਟ ਓਨਲੀ ਹਾਫ ਅ ਸੀਡ, ਤੂੰ ਸਿਰਫ ਅੱਧਾ ਕਿਲੋ ਹੀ ਤੈਨੂੰ ਚਾਵਲ ਜਿਹੜੇ ਇਹਦੇ ਬਦਲੇ ਮਿਲਣਗੇ। ਦੈਟਸ ਦ ਪ੍ਰਾਈਜ਼ ਅ ਮੈਨ ਆਈ ਨੋ ਵਿਲ ਡਿਮਾਂਡ। ਆ ਜਿਹੜਾ ਮੁੱਲ ਆ ਜਿਹੜਾ ਕਿ ਮੈਂ ਜਾਣਦਾ ਵਾਂ ਕਿ ਕਿਸੇ ਇਨਸਾਨ ਜਿਹੜਾ ਵਾ ਉਹਦੀ ਡਿਮਾਂਡ ਕਰੇਗਾ। ਆਲ ਰਾਈਟ ਦ ਅਦਰ ਸੈਡ, ਬੈਟਰ ਦੈਨ ਨਥਿੰਗ। ਉਹ ਫਿਰ ਕਹਿਣ ਲੱਗਾ ਕਿ ਕੁਝ ਨਾ ਹੋਣ ਨਾਲੋਂ ਚਲੋ ਇਹੋ ਠੀਕ ਹੈ। ਗਿਵ ਦ ਕੋਇਨ ਹੇਅਰ, ਕਹਿੰਦਾ ਕਿ ਮੈਨੂੰ ਸਿੱਕਾ ਜਿਹੜਾ ਵਾ, ਢੇਲੀ ਜਿਹੜੀ ਆ 50 ਪੈਸੇ ਆ ਜਿਹੜੇ, ਧੇਲਾ ਜਿਹੜਾ ਵਾ ਉਹ ਮੈਨੂੰ ਦੇ ਦੇ। ਹੀ ਟੁੱਕ ਦ ਕੋਇਨ, ਪੈਸੇ ਉਹਨੇ ਲੈ ਲਏ। ਡੋਂਟ ਫੋਲੋ ਮੀ, ਦੈਟ ਫੈਲੋ ਇਜ਼ ਸਸਪੀਸੀਅਸ। ਉਹ ਉਹਦੇ ਤੇ ਸ਼ੱਕ ਕਰਦਾ ਵਾ, ਸ਼ੱਕੀ ਨਿਗਾਹ ਨਾਲ ਵੇਖਦਾ ਵਾ ਤੇ ਉਹਨੂੰ ਕਹਿੰਦਾ ਵਾ ਕਿ ਤੂੰ ਮੈਨੂੰ ਫੋਲੋ ਨਹੀਂ ਕਰਨਾ, ਮੇਰੇ ਪਿੱਛੇ ਨਾ ਆਈ। ਹੀ ਵਿਲ ਸੇ ਨੋ ਦ ਮੂਮੈਂਟ ਹੀ ਸੀਜ਼ ਐਨੀਵਨ ਵਿਦ ਮੀ, ਕਿਉਂਕਿ ਜੇ ਉਹਨੇ ਜਿਹਦੇ ਕੋਲ ਮੈਂ ਚਾਵਲ ਲੈਣੇ ਆ, ਜੇ ਉਹਨੇ ਕਿਸੇ ਨੂੰ ਮੇਰੇ ਨਾਲ ਵੇਖ ਲਿਆ ਤਾਂ ਉਹਨੇ ਨਾ ਕਰ ਦੇਣੀ। ਯੂ ਵੇਟ ਹੇਅਰ, ਤੂੰ ਇੱਥੇ ਇੰਤਜ਼ਾਰ ਕਰ। ਆਈ ਵਿਲ ਬੀ ਬੈਕ, ਮੈਂ ਦੁਬਾਰਾ ਵਾਪਸ ਆਵਾਂਗਾ। ਬਟ ਆਈ ਕਾਂਟ ਪ੍ਰੋਮਿਸ, ਪਰ ਮੈਂ ਵਾਅਦਾ ਨਹੀਂ ਕਰਦਾ। ਇਫ ਹੀ ਸੇਜ਼ ਨੋ ਇਟ ਵਿਲ ਬੀ ਜਸਟ ਯੂਰ ਲੱਕ, ਜੇ ਉਹਨੇ ਨਾ ਕਰਤੀ ਤੇ ਇਹ ਤੇਰੀ ਕਿਸਮਤ ਤੇ ਨਿਰਭਰ ਕਰਦਾ ਹੈ। ਦੈਟਸ ਆਲ, ਇਹ ਸਭ ਕੁਝ ਮੈਂ ਦੱਸ ਕੇ ਜਾ ਰਿਹਾ ਹਾਂ। ਗਿਵ ਮੀ ਦਾ ਕੋਇਨ, ਮੈਨੂੰ ਸਿੱਕਾ ਦੇ ਦੇ। ਹੀ ਵਾਜ਼ ਗੋਨ ਵਿਦ ਦ 8 ਆਨਾਸ ਐਂਡ ਦ ਮੈਨ ਸਟੂਡ ਔਨ ਦ ਸਟਰੀਟ ਕਾਰਨਰ। ਉਹ ਧੇਲਾ ਜਿਹੜਾ ਸੀਗਾ, ਉਹ ਧੇਲਾ ਜਿਹੜਾ 50 ਪੈਸੇ ਲੈ ਕੇ ਚਲਾ ਗਿਆ ਤੇ ਉਹ ਆਦਮੀ ਜਿਹੜਾ ਵਾ ਉਹ ਗਲੀ ਦੇ ਕਾਰਨਰ ਤੇ ਖੜਾ ਰਿਹਾ। 3 hours had gone, 3 ਘੰਟੇ ਬੀਤ ਜਾਣ ਤੋਂ ਬਾਅਦ। ਐਂਡ ਯੈਟ ਦੇਰ ਵਾਜ਼ ਨੋ ਸਾਈਨ ਆਫ ਸੁਬਿਆ, ਸੁਬਿਆ ਦਾ ਕੋਈ ਪਤਾ ਨਹੀਂ ਲੱਗਾ। ਦ ਨਾਈਟ ਹੈਡ ਡੀਪਨਡ, ਹਨੇਰਾ ਹੋਰ ਵੱਧ ਗਿਆ, ਰਾਤ ਹੋਰ ਕਾਲੀ ਗਹਿਰੀ ਹੋ ਗਈ। ਦ ਮੈਨ ਬਿਗਨ ਟੂ ਮਟਰ ਸੈਵਰਲ ਟਾਈਮ ਟੂ ਹਿਮਸੈਲਫ, ਆਪਣੇ ਆਪ ਦੇ ਨਾਲ ਗੱਲਾਂ ਕਰਨੀਆਂ, ਬੁੜ ਬੜਾਣਾ, ਮਟਰ ਬੁੜ ਬੜਾਣਾ, ਆਪਣੇ ਆਪ ਦੇ ਨਾਲ ਬੁੜ ਬੜਾਇਆ ਉਹ ਬੰਦਾ ਕਈ ਵਾਰ। ਵੈਲ, ਬਹੁਤ ਵਧੀਆ। ਵਟ ਹੈਜ਼ ਹੈਪਨਡ, ਵੇਅਰ ਇਜ਼ ਹੀ, ਉਹ ਕਿੱਥੇ ਚਲਾ ਗਿਆ, ਕੀ ਹੋ ਗਿਆ। ਵੇਅਰ ਹੈਜ਼ ਹੀ ਗੋਨ, ਕਿੱਥੇ ਉਹ ਚਲਾ ਗਿਆ। ਵੈਨ ਐਮ ਆਈ ਟੂ ਗੋ ਹੋਮ ਐਂਡ ਕੁੱਕ ਦ ਰਾਈਸ, ਮੈਂ ਘਰ ਕਦੋਂ ਜਾਵਾਂਗਾ ਤੇ ਚਾਲ ਬਣਾਵਾਂਗਾ। ਦ ਚਿਲਡਰਨ, ਓਹ ਦ ਚਿਲਡਰਨ, ਬੱਚਿਆਂ ਦਾ ਫਿਕਰ ਲੱਗਾ, ਉਹਨਾਂ ਨੂੰ ਯਾਦ ਕਰ ਰਿਹਾ ਉਹ। ਹੀ ਟਰਨਡ ਐਂਡ ਵਾਕਡ ਇਨ ਦ ਡਾਇਰੈਕਸ਼ਨ ਦ ਅਦਰ ਹੈਡ ਗੋਨ, ਫਿਰ ਉਹ ਮੁੜਿਆ ਤੇ ਉਹਦੀ ਦਿਸ਼ਾ ਜਿਹੜੀ ਜਿਹਦੇ ਵੱਲੋਂ ਗਿਆ ਸੀਗਾ ਸੁਬਿਆ, ਉਹਦੇ ਵੱਲੋਂ ਜਾਣਾ ਉਹਨੇ ਸ਼ੁਰੂ ਕੀਤਾ। ਬਟ ਦੈਟ ਟੁੱਕ ਹਿਮ ਨੋ ਵੇਅਰ, ਪਰ ਉਹ ਜਗ੍ਹਾ, ਉਹ ਰਾਸਤਾ ਉਹਨੂੰ ਕਿਤੇ ਵੀ ਨਹੀਂ ਲੈ ਕੇ ਗਿਆ। ਬਿਕੋਜ਼ ਦ ਅਦਰ ਹੈਡ ਪ੍ਰਟੈਂਡਡ ਟੂ ਗੋ ਦੈਟ ਵੇ, ਉਹਨੇ ਜਸਟ ਉਸ ਰਾਸਤੇ ਵੱਲੋਂ ਜਾਣ ਦਾ ਜਸਟ ਵਿਖਾਵਾ ਹੀ ਕੀਤਾ ਸੀ, ਉਹਨੂੰ ਛਲਾਵਾ ਹੀ ਦਿੱਤਾ ਸੀਗਾ।
in order not to show where his secret godown was। ਇਹ ਇਸ ਕਰਕੇ ਕਿ ਉਹਨੂੰ ਪਤਾ ਨਾ ਲੱਗ ਸਕੇ ਕਿ ਉਹਦਾ ਜਿਹੜਾ ਵਾ ਗੁਪਤ ਜਿਹੜਾ ਗੋਦਾਮ ਆ ਉਹ ਕਿੱਥੇ ਆ। ਬਟ ਐਕਚੁਅਲੀ ਹੈਡ ਟਰਨਡ ਐਂਡ ਗੋਨ ਆਫ ਇਨ ਅਨਦਰ ਡਾਇਰੈਕਸ਼ਨ। ਅਸਲ ਵਿੱਚ ਵਾਸਤਵ ਵਿੱਚ ਉਹ ਕਿਸੇ ਹੋਰ ਦਿਸ਼ਾ ਵਿੱਚ ਵੱਲ ਮੁੜ ਗਿਆ। The man wandered up and down through the silent streets। ਉਹ ਬੰਦਾ ਵਿਚਾਰਾ ਭਟਕਦਾ ਰਿਹਾ ਇੱਧਰ ਉੱਧਰ। wandered ਭਟਕਿਆ ਇੱਧਰ ਉੱਧਰ ਭਟਕਿਆ through the silent ਚੁੱਪਚਾਪ ਸ਼ਾਂਤ ਗਲੀਆਂ ਦੇ ਵਿੱਚੋਂ ਦੀ। and went back to the main shop। ਫਿਰ ਉਹ ਦੁਬਾਰਾ ਉਹਦੀ ਜਿਹੜੀ ਮੁੱਖ ਜਿਹੜੀ ਦੁਕਾਨ ਸੀ ਉੱਥੇ ਆ ਗਿਆ। hoping he might be there। ਇਹ ਉਮੀਦ ਨਾਲ ਕਿ ਉਹ ਸ਼ਾਇਦ ਉੱਥੇ ਹੋਵੇਗਾ। he wasn't there either। ਪਰ ਉੱਥੇ ਨਹੀਂ ਸੀ। the lock was still on the door just as he had seen it before। ਜਿਵੇਂ ਉਹਨੇ ਪਹਿਲਾਂ ਵੇਖਿਆ ਉਸੇ ਤਰ੍ਹਾਂ ਤਾਲਾ ਵੱਜਿਆ ਹੋਇਆ ਸੀ, ਜਿੰਦਰਾ ਵੱਜਿਆ ਹੋਇਆ ਸੀ, ਦਰਵਾਜ਼ੇ ਨੂੰ ਜਿੰਦਰਾ ਵੱਜਿਆ ਹੋਇਆ ਸੀ। then he called at Subia's house। ਫਿਰ ਉਹਨੇ ਸੁਬਿਆ ਦੇ ਘਰ ਗਿਆ। he knocked at the door। ਉਹਨੇ ਦਰਵਾਜ਼ਾ ਖੜਕਾਇਆ। Subia's wife opened it। ਸੁਬਿਆ ਦੀ ਔਰਤ ਜਿਹੜੀ ਸੀ ਉਹ ਬਾਹਰ ਆਈ, ਉਹਦੀ ਪਤਨੀ ਬਾਹਰ ਆਈ। he asked is Subia at home। ਉਹਨੇ ਆਖਿਆ ਕਿ ਸੁਬਿਆ ਘਰ ਹੈ। no he hasn't come home at all। ਉਹ ਘਰ ਨਹੀਂ ਆਇਆ। she looked very anxious। ਉਹ ਬਹੁਤ ਚਿੰਤਿਤ ਦਿਖਾਈ ਦੇ ਰਹੀ ਸੀ। anxious mean ਚਿੰਤਤ। by 6 next morning they became nervous। ਫਿਰ ਦਿਨ ਜਦੋਂ ਚੜ੍ਹਿਆ, ਅਗਲੀ ਸਵੇਰ ਦੇ 6 ਵੱਜ ਚੁੱਕੇ ਸੀ ਤੇ ਉਹ ਬਹੁਤ ਜ਼ਿਆਦਾ ਨਰਵਸ ਹੋ ਗਏ, ਪਰੇਸ਼ਾਨ ਹੋ ਗਏ। ਐਂਡ ਇਨ ਦੈਟ ਕੰਡੀਸ਼ਨ ਹੀ ਕੁਡ ਨਾਟ ਹੈਲਪ ਸੇਇੰਗ। ਫਿਰ ਇਸ ਹਾਲਤ ਦੇ ਵਿੱਚ ਜਿਹੜੀ ਸੀ ਉਹ ਆਪਣੇ ਆਪ ਨੂੰ ਰੋਕ ਨਹੀਂ ਸਕੀ, ਉਹ ਆਪਣੇ ਆਪ ਦੀ ਮਦਦ ਨਹੀਂ ਕਰ ਰਹੀ। ਉਹਨੂੰ ਕਹਿਣਾ ਹੀ ਪਿਆ ਹੈਵ ਯੂ ਲੁਕਡ ਫॉर ਹਿਮ ਐਟ ਦਾ ਅਦਰ ਗੋਡਾਊਨ। ਕੀ ਤੁਸੀਂ ਉਹਨੂੰ ਦੂਸਰੇ ਗੋਦਾਮ ਦੇ ਵਿੱਚ ਵੇਖਿਆ, ਲੱਭਿਆ? ਫਿਰ ਉਹਨਾਂ ਨੇ ਪੁੱਛਿਆ ਵੇਅਰ ਇਜ਼ ਇਟ। ਉਹ ਕਿੱਥੇ ਹੈ? ਸ਼ੀ ਹੈਡ ਟੂ ਟੈਲ। ਫਿਰ ਉਹਨੂੰ ਦੱਸਣਾ ਹੀ ਪੈਣਾ ਸੀ, ਦੱਸਣਾ ਹੀ ਪਿਆ। ਬੀਇੰਗ ਦਾ ਓਨਲੀ ਪਰਸਨ ਹੂ ਨਿਊ ਇਟਸ ਵੇਅਰ ਅਬਾਊਟਸ। ਫਿਰ ਉਹ ਇਕੱਲਾ ਬੰਦੇ ਨੂੰ ਉਹਨੂੰ ਦੱਸਣਾ ਹੀ ਪਿਆ ਵੀ ਉਹ ਕਿੱਥੇ ਹੈ। ਦੇ ਸਟਾਰਟਡ ਆਊਟ। ਉਹ ਗਏ। ਆਫਟਰ ਪਾਸਿੰਗ ਥਰੂ ਸਮ ਬੇ ਲੇਨਸ। ਕੁਝ ਜਿਹੜੀਆਂ ਸੀਆਂ ਝਾੜੀਆਂ ਨੂੰ ਜਿਹੜੀਆਂ ਉਹਨਾਂ ਨੇ ਕ੍ਰੋਸ ਕੀਤਾ, ਮਤਲਬ ਪਾਸ ਕਰਤੇ, ਗੁਜ਼ਰ ਕੇ ਗਏ, ਲੰਘ ਕੇ ਗਏ। ਦੇ ਕੇਮ ਅਪ ਔਨ ਦਾ ਬਿਲਡਿੰਗ। ਫਿਰ ਉਹ ਇੱਕ ਇਮਾਰਤ ਦੇ ਕੋਲ ਪੁੱਜੇ, ਆ ਗਏ। ਬਿਲਡਿੰਗ ਇਮਾਰਤ। ਦਾ ਡੋਰ ਵਾਜ਼ ਬੋਲਟਡ ਫਰੋਮ ਇਨਸਾਈਡ। ਦਰਵਾਜ਼ੇ ਨੂੰ ਅੰਦਰੋਂ ਜਿਹੜਾ ਸੀਗਾ ਉਹ ਬੋਲਟਡ ਬੰਦ ਕੀਤਾ ਹੋਇਆ ਸੀਗਾ, ਕਬਜ਼ਾ ਲਾ ਕੇ ਬੰਦ ਕੀਤਾ ਹੋਇਆ ਸੀ। ਦੇ ਨੌਕਡ ਔਨ ਇਟ। ਉਹਨਾਂ ਨੇ ਇਸ ਦਾ ਜਿਹੜਾ ਸੀਗਾ ਉਹ ਦਰਵਾਜ਼ੇ ਨੂੰ ਉਹਨਾਂ ਨੇ ਖੜਕਾਇਆ, ਉਹਨੂੰ ਕਾਫੀ ਭੰਨਿਆ। ਫਾਈਨਲੀ ਦੇ ਹੈਡ ਟੂ ਬ੍ਰੇਕ ਓਪਨ ਦਾ ਫਰੰਟ ਵੈਂਟੀਲੇਟਰ। ਫਿਰ ਜਿਹੜਾ ਸਾਹਮਣੇ ਦਾ ਜਿਹੜਾ ਰੋਸ਼ਨਦਾਨ ਜਿਹੜਾ ਸੀਗਾ ਸਾਹਮਣੇ ਦਾ ਵੈਂਟੀਲੇਸ਼ਨ, ਹਵਾ ਦਾ ਜਿਹੜਾ ਰੋਸ਼ਨਦਾਨ ਰੱਖਿਆ ਸੀਗਾ, ਉਹਨਾਂ ਨੇ ਉਹਨੂੰ ਬ੍ਰੇਕ ਕੀਤਾ। ਸਲਿਪ ਅ ਬॉय ਥਰੂ ਇਟ। ਇੱਕ ਛੋਟੇ ਲੜਕੇ ਨੂੰ ਅੰਦਰ ਭੇਜਿਆ, ਉਸ ਦੁਆਰਾ ਅੰਦਰ ਧਕੇਲਿਆ। ਐਂਡ ਦੈਨ ਹੈਵ ਦਾ ਮੇਨ ਡੋਰ ਓਪਨਡ। ਫਿਰ ਜਿਹੜਾ ਸੀ ਮੁੱਖ ਦਵਾਰ, ਮੇਨ ਦਰਵਾਜ਼ਾ ਜਿਹੜਾ ਮੁੱਖ ਦਵਾਰ ਸੀਗਾ ਉਹ ਖੁੱਲਿਆ। ਅ ਫੇਂਟ ਮਾਰਨਿੰਗ ਲਾਈਟ ਕੇਮ ਇਨ ਥਰੂ ਦਾ ਬ੍ਰੋਕਨ ਵੈਂਟੀਲੇਟਰ। ਉਸ ਟੁੱਟੇ ਹੋਏ ਵੈਂਟੀਲੇਟਰ ਦੇ ਦੁਆਰਾ ਇੱਕ ਬੁਝੀ ਜੀ ਸਵੇਰ ਦੀ ਰੋਸ਼ਨੀ ਜਿਹੜੀ ਆ ਉਹ ਸਾਹਮਣੇ ਉਹਦੇ ਵਿੱਚ ਅੰਦਰੋਂ ਦੀ ਆਈ। ਇਨ ਅ ਕਾਰਨਰ ਦੇ ਸੌ। ਇੱਕ ਪਾਸੇ ਉਹਨਾਂ ਨੇ ਵੇਖਿਆ ਐਨ ਇਲੈਕਟ੍ਰਿਕ ਟਾਰਚ ਲੇਇੰਗ ਔਨ ਦਾ ਫਲੋਰ। ਇੱਕ ਬਿਜਲੀ ਨਾਲ ਚੱਲਣ ਵਾਲੀ ਜਿਹੜੀ ਸੀਗੀ ਇਲੈਕਟ੍ਰਿਕ ਟਾਰਚ ਜਿਹੜੀ ਸੀਗੀ, ਲੈਂਪ ਸੀਗੀ, ਉਹ ਫਲੋਰ ਦੇ ਉੱਪਰ ਪਈ ਸੀ। ਐਂਡ ਦੈਨ ਤੇ ਨਾਲ ਹੀ ਅ ਹਾਫ ਰੁਪੀ ਕੋਇਨ, ਇੱਕ ਧੇਲਾ। ਐਂਡ ਅ ਲਿਟਲ ਆਫ ਅ ਹੈਂਡ ਸਟਕ ਆਊਟ। ਉਹਦੇ ਹੱਥ ਦੇ ਵਿੱਚ ਇੱਕ ਹੱਥ ਜਿਹੜਾ ਵਾ ਉਹ ਬਾਹਰ ਨਿਕਲਿਆ ਹੋਇਆ ਸੀ। ਜਿੱਥੇ ਧੇਲਾ ਪਿਆ ਸੀ ਉਹ ਧੇਲਾ ਜਿਹੜੇ ਹੱਥ ਤੇ ਰੱਖਿਆ ਹੋਇਆ ਸੀ, ਉਹ ਹੱਥ ਜਿਹੜਾ ਵਾ ਉਹ ਬਾਹਰ ਪਿਆ ਹੋਇਆ ਸੀ। ਕਿਹਦੇ ਬਾਹਰ? ਬੋਰੀਆਂ ਦੇ ਬਾਹਰ। ਪਾਈਲ ਆਫ ਫਾਲਨ ਬੈਗਸ। ਬੋਰੀਆਂ ਜਿਹਦੀਆਂ ਜਿਹੜਾ ਢੇਰ ਸੀਗਾ
ਬੋਰੀਆਂ ਦੇ ਢੇਰ ਦੇ ਹੇਠਾਂ ਉਹ ਆਇਆ ਸੀ ਤੋ ਸਿਰਫ ਇੱਕ ਹੱਥ ਹੀ ਜਿਹੜਾ ਬਚਿਆ ਸੀ ਉਹ ਬਾਹਰ ਨਿਕਲਿਆ ਸੀਗਾ। ਇਸ ਤੋਂ ਭਾਵ ਆ ਕਿ ਸੁਬੈਹਾ ਜਿਹੜਾ ਸੀਗਾ ਆਪਣਾ ਜਮ੍ਹਾਖੋਰੀ ਜਿਹੜੀ ਉਹਨੇ ਕੀਤੀ ਹੋਈ ਸੀ, ਉਹ ਜਮ੍ਹਾਂ ਕੀਤੀਆਂ ਹੋਈਆਂ ਦੀਆਂ ਜਿਹੜੀਆਂ ਚਾਵਲ ਦੀਆਂ ਬੋਰੀਆਂ ਸੀਗੀਆਂ ਉਹਦੇ ਹੇਠਾਂ ਆ ਕੇ ਉਹ ਮਰ ਚੁੱਕਾ ਸੀ। ਸੋ ਦਿਸ ਇਜ਼ ਦਾ ਐਂਡ ਆਫ ਦਾ ਸਟੋਰੀ। ਸੋ ਚਿਲਡਰਨ, as I am going to close this story as well as the chapter, what we have learned from the chapter, ਅਸੀਂ ਕੀ ਸਿੱਖਿਆ ਇਸ ਚੈਪਟਰ ਦੇ ਵਿੱਚੋਂ? ਜਦ ਮੈਂ ਟੀਨੇਜਰ ਸੀ, ਜਦੋਂ ਮੈਂ ਸਕੂਲ ਜਾਂਦਾ ਸੀ, ਤੁਹਾਡੀ ਏਜ ਦਾ ਸੀ, ਤੇ ਮੈਂ ਵੀ ਇਹੋ ਸੋਚਿਆ ਕਰਦਾ ਸੀ ਕਿ ਪੈਸਾ ਜਿਹੜਾ ਵਾ ਦੁਨੀਆ ਤੇ ਬਹੁਤ ਮੁੱਲਵਾਨ ਆ, ਬਹੁਤ ਮੁੱਲਵਾਨ ਆ। ਮੁੱਲਵਾਨ ਵੀ ਆ ਤੇ ਬਲਵਾਨ ਵੀ ਆ। ਪੈਸੇ ਨਾਲ ਕੁਝ ਵੀ ਖਰੀਦਿਆ ਜਾ ਸਕਦਾ। ਪਰ ਜਦੋਂ ਜ਼ਿੰਦਗੀ ਦੇ ਫਲਸਫਿਆਂ ਦੇ ਵਿੱਚ ਅੱਗੇ ਵਧਿਆ, ਫਿਰ ਇਹ ਵੇਖਿਆ ਕਿ ਪੈਸਾ ਹੀ ਜੋ ਹੈ ਸਾਰਾ ਕੁਝ ਨਹੀਂ ਹੈ। ਇੱਕ ਨਾਸ਼ਵਾਨ ਚੀਜ਼ ਹੈ, ਇਹ ਕਿਸੇ ਕੋਲ ਟਿਕਣ ਵਾਲਾ ਨਹੀਂ ਹੈ। ਅਸੀਂ ਵੇਖਿਆ ਕਹਾਣੀ ਦੇ ਵਿੱਚ, ਇਹੀ ਅੱਜ ਕਹਾਣੀ 'ਚ ਸਿੱਖਿਆ ਕਿ ਪੈਸਾ ਸਭ ਕੁਝ ਨਹੀਂ ਹੈ। ਵੀ ਸ਼ੁੱਡ ਨਾਟ ਬੀ ਗ੍ਰੀਡੀ ਇਨ ਆਵਰ ਲਾਈਫ। ਸਾਨੂੰ ਕਦੀ ਵੀ ਆਪਣੇ ਜੀਵਨ ਦੇ ਵਿੱਚ ਲਾਲਚ ਨਹੀਂ ਕਰਨਾ ਚਾਹੀਦਾ, ਖਾਸ ਕਰਕੇ ਪੈਸੇ ਦਾ ਲਾਲਚ, ਧਨ ਦਾ ਲਾਲਚ ਜਿਹੜਾ ਵਾ ਸਾਨੂੰ ਆਪਣੇ ਜੀਵਨ ਦੇ ਵਿੱਚ ਨਹੀਂ ਕਰਨਾ ਚਾਹੀਦਾ। ਦਿਸ ਇਜ਼ ਵੀ ਹੈਵ ਲਰਨਡ ਐਟ ਦਾ ਐਂਡ ਆਫ ਦਾ ਚੈਪਟਰ। ਸੁਬੈਹਾ ਕਿੰਨਾ ਕੁਝ ਉਹਨੇ ਜੋੜਿਆ, ਕਿੱਡੇ ਮਹਿਲ ਉਹਨੇ ਖੜੇ ਕੀਤੇ, ਵੱਡੇ ਵੱਡੇ ਉਹਨੇ ਗੋਡਾਊਨ ਲਏ, ਚਾਵਲਾਂ ਦੀਆਂ ਬੋਰੀਆਂ ਉਹਨੇ ਜਮ੍ਹਾਂ ਕਰ ਲਈਆਂ, ਗਹਿਣਾ ਜਮ੍ਹਾਂ ਕਰ ਲਿਆ, ਪਸ਼ੂ ਧਨ ਉਹਨੇ ਜਮ੍ਹਾਂ ਕਰ ਲਿਆ, ਕਈ ਕੁਝ ਉਹਨੇ ਜਮ੍ਹਾਂ ਕਰ ਲਿਆ। ਬਟ ਵਟ ਵੀ ਸੀ ਐਟ ਦਾ ਐਂਡ ਆਫ ਦਾ ਸਟੋਰੀ, ਉਹਦੇ ਹੱਥ ਵਿੱਚ ਇੱਕ ਧੇਲਾ ਸੀ ਜਿਹੜਾ ਉਹ ਵੀ ਉਹਦੇ ਨਾਲ ਨਹੀਂ ਗਿਆ, ਉਹ ਵੀ ਉਹਦੇ ਹੱਥ ਦੇ ਵਿੱਚ ਹੀ ਰਹਿ ਗਿਆ। ਉਹਦੀ ਲਾਸ਼ ਦੇ ਵਿੱਚ ਜਿਹੜਾ ਹੱਥ ਜਿਹੜਾ ਉਹਦੀ ਲਾਸ਼ ਤੋਂ ਬਾਹਰ ਆਇਆ ਸੀਗਾ, ਅਤੇ ਉਹ ਜਿਹੜਾ ਧੇਲਾ ਸੀਗਾ ਉਹ ਵੀ ਉਹਦੀ ਲਾਸ਼ ਦੇ ਨਾਲ ਨਹੀਂ ਜਾ ਸਕਿਆ। ਸਿਰਫ ਉਹਦੀ ਆਤਮਾ ਜਿਹੜੀ ਆ ਉਹ ਵੱਖ ਹੋਈ, ਉਹਦੇ ਸਰੀਰ ਤੋਂ ਮਰ ਗਿਆ। ਜੋ ਕੁਝ ਉਹਨੇ ਬਣਾਇਆ ਸੀ, ਜੋ ਬੇਈਮਾਨੀਆਂ ਉਹਨੇ ਕੀਤੀਆਂ, ਜੋ ਆਪਣੇ ਵਪਾਰ ਦੇ ਵਿੱਚ ਉਹਨੇ ਖੱਟਿਆ, ਸਾਰਾ ਇਸੇ ਤਰ੍ਹਾਂ ਹੀ ਇਸ ਸੰਸਾਰ ਦੇ ਵਿੱਚੋਂ ਛੱਡ ਗਿਆ। ਮੈਂ ਉਮੀਦ ਕਰਦਾ ਹਾਂ ਬੱਚਿਓ ਕਿ ਤੁਸੀਂ ਇਸ ਚੈਪਟਰ ਨੂੰ ਸਮਝਿਆ ਹੋਏਗਾ। ਮੈਂ ਪੂਰੀ ਕੋਸ਼ਿਸ਼ ਕੀਤੀ ਆ ਕਿ ਮੈਂ ਬੜੇ ਡੀਪਲੀ ਤਰੀਕੇ ਦੇ ਨਾਲ ਵਰਡ ਟੂ ਵਰਡ, ਲਾਈਨ ਟੂ ਲਾਈਨ ਮੈਂ ਤੁਹਾਨੂੰ ਮਤਲਬ ਚੈਪਟਰ ਜਿਹੜਾ ਉਹ ਸਮਝਾ ਸਕਾਂ। ਤਾਂ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰਿਆਂ ਨੇ ਚੈਪਟਰ ਸਮਝਿਆ ਹੋਏਗਾ। ਬਾਈ ਨੈਕਸਟ ਟਾਈਮ you have to complete your notebook, word meaning, and the back exercise of the chapter. If I get the time, if we see if we meet in the next class, I will do my best to give you the back exercise also. By that time, goodbye. God bless you all. Have a wonderful day.